ਤੇ ਪ੍ਰਵਾਸ ਵਿੱਚ ਰਹਿੰਦੇ ਹੋਏ ਸਾਡਾ ਸੱਭਿਆਚਾਰ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਹੋ ਜਾਂਦਾ ਆ, ਕਿਉਂਕਿ ਪ੍ਰਵਾਸੀ ਜੀਵਨ ਦਾ ਅਨੁਭਵ ਹੀ ਇੱਕ ਵੱਖਰਾ ਅਨੁਭਵ ਹੈ। ਉਸ ਬਦਲੇ ਹੋਏ ਸੱਭਿਆਚਾਰ ਦੇ ਵਿੱਚ ਅਸੀਂ ਆਪਣੀ ਹੋਂਦ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ, ਉਹਦੇ ਲਈ ਸਾਡੀ ਕੀ ਤਿਆਰੀ ਹੋਵੇ, ਇਹ ਅਸੀਂ ਖੋਜ ਦੇ ਰਾਹੀਂ ਹੀ ਜਾਣ ਸਕਦੇ ਹਾਂ। ਕਿਉਂਕਿ ਸਾਡੀ ਮੌਲਿਕਤਾ ਜਿਹੜੀ ਹੈ ਉਹ ਸਾਡੀ ਹੋਂਦ ਨੂੰ ਬਚਾ ਕੇ ਰੱਖਦੀ ਹੈ। ਜੇਕਰ ਅਸੀਂ ਆਪਣੀ ਮੌਲਿਕਤਾ ਤਿਆਗ ਦੇਵਾਂਗੇ ਤਾਂ ਸਾਡੀ ਹੋਂਦ ਵੀ ਜਿਹੜੀ ਹੈ ਨਾਲ ਹੀ ਖਤਮ ਹੋ ਜਾਂਦੀ ਹੈ। ਸਾਡੀ ਹੋਂਦ ਦਾ ਜਿਹੜਾ ਮਸਲਾ ਹੈ ਉਹ ਪ੍ਰਵਾਸ ਦੇ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ, ਜਿਸ ਦੇ ਨਾਲ ਅਸੀਂ ਉਸ ਸੱਭਿਆਚਾਰ ਦੇ ਪੂਰੀ ਤਰ੍ਹਾਂ ਅਨੁਕੂਲ ਵੀ ਨਹੀਂ ਹੋ ਸਕਦੇ ਤੇ ਉਸ ਸੱਭਿਆਚਾਰ ਨੂੰ ਅਸੀਂ ਛੱਡ ਵੀ ਨਹੀਂ ਸਕਦੇ। ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਹਨ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਇਹ ਜਿਹੜਾ ਪ੍ਰਵਾਸ ਦਾ ਸੰਕਲਪ ਹੈ ਇਹ ਸਾਡੇ ਅੰਦਰ ਕਿਸ ਤਰ੍ਹਾਂ ਜਾਗਰੂਕ ਹੋਵੇ। ਭਾਸ਼ਾ ਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਆਪਣੀ ਨੂੰ, ਇਹ ਵੀ ਖੋਜ ਦਾ ਇੱਕ ਮਸਲਾ ਹੈ। ਤੁਹਾਨੂੰ ਲੱਗਦਾ ਕਿ ਪ੍ਰਵਾਸੀ ਬਣਨ ਦਾ ਕਾਰਨ ਕੀ ਹੈ? ਪਹਿਲਾਂ ਤਾਂ ਅਸੀਂ ਜਿਹੜਾ ਹੈ ਆਪਣੇ ਸਾਂਝੇ ਕੇਂਦਰ ਨੂੰ, ਜਿਹੜਾ ਕਿ ਪੰਜਾਬ ਦਾ ਸਾਂਝਾ ਕੇਂਦਰ ਲਾਹੌਰ ਸੀ, ਜਿਹਦੇ ਵਿੱਚ ਜਿਹੜੀ ਸਾਡੀ ਸੱਭਿਅਤਾ ਦਾ ਜਿਹੜਾ ਕੇਂਦਰ ਸੀ, ਉਸ ਨੂੰ ਅਸੀਂ ਛੱਡ ਦਿੱਤਾ ਤੇ 1947 ਦਾ ਬਹੁਤ ਵੱਡਾ ਸਾਡੇ ਸਾਹਮਣੇ ਦੁਖਾਂਤ ਵਾਪਰਿਆ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਜਿਵੇਂ ਪ੍ਰਵਾਸੀ ਖੋਜ ਕੇਂਦਰ ਸਥਾਪਿਤ ਕੀਤਾ ਆ, ਤੇ ਇਹ ਕਿਹੜੇ ਜਿਹੜੇ ਮੁੱਖ ਕਾਰਜ ਹੈ ਜਿਹੜੇ ਤੁਸੀਂ ਕਰ ਰਹੇ ਹੋ? ਇਸ ਵਿਜ਼ਨ ਨੂੰ ਤਿਆਰ ਕਰਨ ਦੇ ਲਈ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਪ੍ਰਵਾਸ ਦਾ ਜਿੰਨਾ ਵੀ ਪ੍ਰਵਾਸ ਤੇ ਹੁਣ ਤੱਕ ਕੰਮ ਹੋਇਆ ਆ ਉਸ ਨੂੰ ਇਕੱਠਾ ਕੀਤਾ ਤੇ ਉਹਦੇ ਲਈ ਇੱਕ ਵੱਡੀ ਅਸੀਂ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦੇ ਵਿੱਚ ਲਾਇਬ੍ਰੇਰੀ ਜਿਹੜੀ ਹੈ ਉਹ ਸਥਾਪਿਤ ਕੀਤੀ ਹੈ। ਅਸੀਂ ਪ੍ਰਮੁੱਖ ਕੰਮ ਜਿਹੜਾ ਆ ਉਹ ਪਹਿਲਾਂ ਲਾਇਬ੍ਰੇਰੀ ਸਥਾਪਿਤ ਕਰਨ ਦਾ ਕੀਤਾ। ਹਫ਼ਤਾਵਾਰੀ ਇੱਕ ਅਖਬਾਰ ਜਿਹੜਾ ਹੈ ਉਹ ਸ਼ੁਰੂ ਕੀਤਾ, ਜਿਸ ਦਾ ਕਿ ਨਾਮ ਗੁਰਮੁਖੀ ਹੈ। ਇਹ ਅਖਬਾਰ ਜਿਹੜਾ ਆ ਉਹ ਪੰਜਾਬੀ ਦਾ ਪਹਿਲਾ ਅਖਬਾਰ ਹੈ ਜਿਹੜਾ ਕਿ 1880 ਦੇ ਵਿੱਚ ਭਾਈ ਗੁਰਮੁਖ ਸਿੰਘ ਹੋਣਾ ਨੇ ਸ਼ੁਰੂ ਕੀਤਾ ਸੀ। ਆਪਣੇ ਆਪ ਦੀ ਪੁਨਰ ਸ਼ਨਾਖਤ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਅਸੀਂ ਇਹਨਾਂ ਪ੍ਰੋਜੈਕਟਾਂ ਦੇ ਰਾਹੀਂ ਉਹ ਸ਼ਨਾਖਤ ਜਿਹੜੀ ਆ ਕਰ ਰਹੇ ਹਾਂ। ਇਸ ਕਾਰਜ ਵਿੱਚ ਅਸੀਂ ਬਹੁਤ ਸਾਰੀਆਂ ਦੁਰਲੱਭ ਤੇ ਮਹੱਤਵਪੂਰਨ ਪੁਸਤਕਾਂ ਨੂੰ ਦੁਆਰਾ ਜਿਹੜਾ ਆ ਉਹ ਖੋਜ ਰਹੇ ਹਾਂ। ਪੰਜਾਬੀ ਵਿਰਾਸਤ USA ਚੈਨਲ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਦੋਸਤੋ, ਤੁਸੀਂ ਜਾਣਦੇ ਹੋ ਕਿ ਜੇ ਮੈਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਪੇਸ਼ ਕਰਦਾ ਹਾਂ ਜਿਹੜੇ ਸਮਾਜ ਵਾਸਤੇ ਪ੍ਰੇਰਨਾ ਸਰੋਤ ਲੋਕ ਨੇ, ਉਹਨਾਂ ਲੋਕਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦਾ ਹਾਂ। ਇਸ ਵਾਰ ਵੀ ਇੱਕ ਬੜੀ ਪਿਆਰੀ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋ ਰਿਹਾ ਹਾਂ ਜਿਨ੍ਹਾਂ ਦਾ ਨਾਮ ਡਾਕਟਰ ਅਮਰਜੀਤ ਸਿੰਘ ਹੈ। ਇਹਨਾਂ ਨੇ ਇੱਕ ਆਪਣੇ ਪਿੰਡ ਦੇ ਵਿੱਚ ਪ੍ਰਵਾਸੀ ਖੋਜ ਕੇਂਦਰ ਬਣਾਇਆ ਹੈ, ਜਿਹਦੇ ਵਿੱਚ ਇਹਨਾਂ ਨੇ ਵੱਖ-ਵੱਖ ਲਿਟਰੇਚਰ ਰੱਖਿਆ ਹੈ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਮਕਸਦ ਕੀ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ ਰਜਿੰਦਰ ਸਿੰਘ ਜੀ ਕਿ ਤੁਸੀਂ ਸਾਡੇ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਵਿੱਚ ਅੱਜ ਆਏ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਡਾਕਟਰ ਸਾਹਿਬ, ਸਵਾਲ ਇਹੀ ਹੈ ਕਿ ਤੁਸੀਂ ਪ੍ਰਵਾਸੀ ਪੰਜਾਬੀ ਜਿਹੜਾ ਖੋਜ ਕੇਂਦਰ ਖੋਲ੍ਹਿਆ ਹੈ, ਇਹਦਾ ਮੁੱਖ ਮਕਸਦ ਕੀ ਹੈ? ਰਜਿੰਦਰ ਜੀ, ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦਾ ਜਿਹੜਾ ਸੰਕਲਪ ਸੀਗਾ ਉਹ ਮੇਰੇ ਮਨ ਦੇ ਵਿੱਚ ਜਿਹੜਾ ਕੁਝ ਸਵਾਲਾਂ ਦੇ ਰੂਪ ਦੇ ਵਿੱਚ ਆਇਆ ਸੀ, ਕਿਉਂਕਿ ਪੰਜਾਬ ਜਿਹੜਾ ਹੈ ਉਹ ਇਸ ਵੇਲੇ ਪ੍ਰਵਾਸ ਦੇ ਰੁਝਾਨ ਦੇ ਵਿੱਚੋਂ ਲੰਘ ਰਿਹਾ ਹੈ ਜੀ। ਪ੍ਰਵਾਸ ਦਾ ਵਰਤਾਰਾ ਜਿਹੜਾ ਹੈ ਉਹ ਪੰਜਾਬ ਦਾ ਪ੍ਰਮੁੱਖ ਵਰਤਾਰਾ ਆ। ਇਸ ਕਰਕੇ ਸਾਨੂੰ ਜਿਹੜਾ ਪ੍ਰਵਾਸ ਦੇ ਬਾਰੇ ਸੋਚਣ ਦੇ ਲਈ, ਪ੍ਰਵਾਸ ਦੇ ਬਾਰੇ ਸਮਝਣ ਦੇ ਲਈ ਤੇ ਪੰਜਾਬ ਨੂੰ ਪ੍ਰਵਾਸ ਦੇ ਰੁਝਾਨ ਦੇ ਵਿੱਚ ਦੇਖਣ ਦੇ ਲਈ ਖੋਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਕਰਕੇ ਮੈਂ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਬਣਵਾਇਆ ਆਪਣੇ ਪਿੰਡ ਦੇ ਵਿੱਚ, ਕਿਉਂਕਿ ਖੋਜ ਜਿਹੜੀ ਹੈ ਜਦੋਂ ਤੱਕ ਉਸ ਨੂੰ ਸਧਾਰਨ ਲੋਕਾਂ ਨਾਲ ਨਹੀਂ ਜੋੜਿਆ ਜਾਂਦਾ, ਕਿਉਂਕਿ ਖੋਜ ਪ੍ਰਮੁੱਖ ਰੂਪ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਹੁੰਦੀ ਹੈ ਤੇ ਯੂਨੀਵਰਸਿਟੀਆਂ ਖੋਜ ਦਾ ਕੇਂਦਰ ਹੁੰਦੀਆਂ ਹਨ,
ਪਰ ਜਦੋਂ ਤੱਕ ਖੋਜ ਨੂੰ ਸਧਾਰਨ ਮਾਨਸਿਕਤਾ ਦੇ ਨਾਲ ਨਹੀਂ ਜੋੜਿਆ ਜਾਂਦਾ ਉਦੋਂ ਤੱਕ ਖੋਜ ਆਪਣੇ ਪੂਰੇ ਮਹੱਤਵ ਨੂੰ ਸਪਸ਼ਟ ਨਹੀਂ ਕਰ ਸਕਦੀ। ਖੋਜ ਦਾ ਮਹੱਤਵ ਤਾਂ ਹੀ ਹੈ ਜੇਕਰ ਉਸ ਨੂੰ ਲੋਕ ਚੇਤਨਾ ਦੇ ਨਾਲ ਜੋੜਿਆ ਜਾਵੇ। ਇਸ ਕਰਕੇ ਮੇਰੇ ਮਨ ਦੇ ਵਿੱਚ ਜਿਹੜਾ ਪ੍ਰਵਾਸੀ ਡਿਸਿਪਲਿਨ ਹੈ ਇਹਦੇ ਸੰਬੰਧੀ ਬਹੁਤ ਸਾਰੇ ਸਵਾਲ ਸਨ, ਜਿਸ ਨਾਲ ਸਾਨੂੰ ਪ੍ਰਵਾਸ ਦੀ ਮਹੱਤਤਾ ਦਾ ਪਤਾ ਲੱਗੇ ਵੀ ਅਸਲ ਦੇ ਵਿੱਚ ਸਾਨੂੰ ਪ੍ਰਵਾਸ ਕਿਉਂ ਧਾਰਨ ਕਰਨਾ ਚਾਹੀਦਾ ਹੈ ਅਤੇ ਪ੍ਰਵਾਸ ਧਾਰਨ ਕਰਨ ਦੇ ਜਿਹੜੀ ਇੱਛਾ ਹੈ ਸਾਡੇ ਮਨ ਦੇ ਵਿੱਚ ਉਹ ਅਸਲ ਪ੍ਰਵਾਸ ਦੇ ਵਿੱਚ ਕਿਵੇਂ ਤਬਦੀਲ ਹੋਵੇ। ਇਸ ਤਰ੍ਹਾਂ ਹੀ ਜਿਹੜੇ ਪ੍ਰਵਾਸ ਦੇ ਨਾਲ ਸੰਬੰਧਿਤ ਸਾਡੇ ਕੋਲ ਡਿਸਿਪਲਿਨ ਹਨ, ਜਿਸ ਤਰ੍ਹਾਂ ਪੋਲੀਟਿਕਸ ਹੈ ਪ੍ਰਵਾਸ ਦੀ, ਪ੍ਰਵਾਸੀ ਕਲਚਰ ਹੈ, ਪ੍ਰਵਾਸੀ ਸਿਨੇਮਾ ਹੈ, ਪ੍ਰਵਾਸ ਦੇ ਨਾਲ ਸੰਬੰਧਿਤ ਸਾਡਾ ਰਿਲੀਜਨ ਜੁੜਿਆ ਹੋਇਆ ਹੈ, ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਨਵੀਆਂ ਪ੍ਰੋਬਲਮਸ ਆ ਰਹੀਆਂ ਹਨ, ਕਿਹੜੇ-ਕਿਹੜੇ ਤਣਾਅ ਜਿਹੜੇ ਸਾਡੀ ਪ੍ਰਵਾਸੀ ਜੀਵਨ ਦੇ ਵਿੱਚ ਇਹਦੇ ਵਿੱਚ ਨਾਲ ਸ਼ਾਮਲ ਹੋ ਰਹੇ ਹਨ, ਸਾਡੀਆਂ ਪੀੜ੍ਹੀਆਂ ਦਾ ਕਿਸ ਤਰ੍ਹਾਂ ਦੁਖਾਂਤ ਜਿਹੜਾ ਹੈ ਉਹ ਬਣ ਰਿਹਾ ਹੈ ਅਤੇ ਪ੍ਰਵਾਸ ਵਿੱਚ ਰਹਿੰਦੇ ਹੋਏ ਸਾਡਾ ਸੱਭਿਆਚਾਰ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਹੋ ਜਾਂਦਾ ਆ, ਕਿਉਂਕਿ ਪ੍ਰਵਾਸੀ ਜੀਵਨ ਦਾ ਅਨੁਭਵ ਹੀ ਇੱਕ ਵੱਖਰਾ ਅਨੁਭਵ ਹੈ। ਉਸ ਬਦਲੇ ਹੋਏ ਸੱਭਿਆਚਾਰ ਦੇ ਵਿੱਚ ਅਸੀਂ ਆਪਣੀ ਹੋਂਦ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ, ਉਹਦੇ ਲਈ ਸਾਡੀ ਕੀ ਤਿਆਰੀ ਹੋਵੇ, ਇਸ ਅਸੀਂ ਖੋਜ ਦੇ ਰਾਹੀਂ ਹੀ ਜਾਣ ਸਕਦੇ ਹਾਂ ਕਿ ਅਸੀਂ ਉਹਦੇ ਲਈ ਕਿਹੋ ਜਿਹੀ ਤਿਆਰੀ ਕਰੀਏ। ਦੂਸਰਾ, ਪ੍ਰਵਾਸ ਵਿੱਚ ਸਾਡੀ ਮੌਲਿਕਤਾ ਕਿਵੇਂ ਪ੍ਰਫੁੱਲਤ ਹੋਵੇ, ਇੱਥੋਂ ਦੇ ਡਿਸਿਪਲਿਨਸ ਨਾਲ ਸਾਡਾ ਸੰਵਾਦ ਕਿਵੇਂ ਹੋਵੇ, ਕਿਉਂਕਿ ਸਾਡੀ ਮੌਲਿਕਤਾ ਜਿਹੜੀ ਹੈ ਉਹ ਸਾਡੀ ਹੋਂਦ ਨੂੰ ਬਚਾ ਕੇ ਰੱਖਦੀ ਹੈ। ਜੇਕਰ ਅਸੀਂ ਆਪਣੀ ਮੌਲਿਕਤਾ ਤਿਆਗ ਦੇਵਾਂਗੇ ਤਾਂ ਸਾਡੀ ਹੋਂਦ ਵੀ ਜਿਹੜੀ ਹੈ ਨਾਲ ਹੀ ਖਤਮ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਆਪਣੀ ਮੌਲਿਕਤਾ ਨੂੰ ਬਚਾਏ ਰੱਖਣ ਦੇ ਲਈ ਪ੍ਰਵਾਸੀ ਸੱਭਿਆਚਾਰ ਦੇ ਨਾਲ ਲਗਾਤਾਰ ਇੱਕ ਸੰਵਾਦ ਦੇ ਵਿੱਚ ਰਹਿਣਾ ਪੈਂਦਾ ਹੈ। ਜਦੋਂ ਤੱਕ ਅਸੀਂ ਖੋਜ ਨਹੀਂ ਕਰਾਂਗੇ, ਉਹ ਖੋਜ ਵੱਖਰੇ ਵੱਖਰੇ ਅਨੁਸ਼ਾਸਨਾਂ ਦੀ ਵੀ ਖੋਜ ਹੈ, ਉਸ ਖੋਜ ਦੇ ਵਿੱਚ ਸਾਡੀ ਆਪਣੀ ਚੇਤਨਾ ਵੀ ਜਿਹੜੀ ਹੈ ਉਹ ਲਗਾਤਾਰ ਜੁੜੀ ਰਹਿੰਦੀ ਹੈ। ਇਸ ਕਰਕੇ ਪ੍ਰਵਾਸ ਵਿੱਚ ਆਪਣੀ ਰਾਜਨੀਤਿਕਤਾ, ਨੈਤਿਕਤਾ ਅਤੇ ਧਾਰਮਿਕ ਅਕੀਦੇ ਨੂੰ ਵੀ ਅਸੀਂ ਆਪਣੀ ਹੋਂਦ ਦੇ ਨਾਲ ਜੋੜ ਕੇ ਵਿਸਥਾਰਿਤ ਕਰੀਏ, ਕਿਉਂਕਿ ਸਾਡੀ ਹੋਂਦ ਦਾ ਜਿਹੜਾ ਮਸਲਾ ਹੈ ਉਹ ਪ੍ਰਵਾਸ ਦੇ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ, ਜਿਸ ਦੇ ਨਾਲ ਅਸੀਂ ਉਸ ਸੱਭਿਆਚਾਰ ਦੇ ਪੂਰੀ ਤਰ੍ਹਾਂ ਅਨੁਕੂਲ ਵੀ ਨਹੀਂ ਹੋ ਸਕਦੇ ਅਤੇ ਉਸ ਸੱਭਿਆਚਾਰ ਨੂੰ ਅਸੀਂ ਛੱਡ ਵੀ ਨਹੀਂ ਸਕਦੇ। ਇਸ ਕਰਕੇ ਦੋਹਰਾ ਸਾਡੇ ਨਾਲ ਪ੍ਰਵਾਸ ਦੇ ਵਿੱਚ ਤਣਾਅ ਬਣਿਆ ਰਹਿੰਦਾ ਹੈ। ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਹਨ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਇਹ ਜਿਹੜਾ ਪ੍ਰਵਾਸ ਦਾ ਸੰਕਲਪ ਹੈ ਇਹ ਸਾਡੇ ਅੰਦਰ ਕਿਸ ਤਰ੍ਹਾਂ ਜਾਗਰੂਕ ਹੋਵੇ, ਅਸੀਂ ਪ੍ਰਵਾਸੀ ਹੁੰਦੇ ਹੋਏ ਵੀ ਪ੍ਰਵਾਸ ਦੀ ਅਸਲੀ ਜਿਹੜੀ ਹੈ ਚਾਹਤ ਉਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖ ਸਕੀਏ, ਇਸ ਨੂੰ ਆਪਣੀ ਭਾਸ਼ਾ ਦੇ ਮੂਲ ਦੇ ਨਾਲ ਕਿਵੇਂ ਜੋੜ ਕੇ ਰੱਖਿਆ ਜਾ ਸਕਦਾ, ਕਿਉਂਕਿ ਭਾਸ਼ਾ ਦਾ ਮਸਲਾ ਵੀ ਜਿਹੜਾ ਪ੍ਰਵਾਸ ਦੇ ਵਿੱਚ ਆ ਕੇ ਸਾਡੇ ਸਾਹਮਣੇ ਪ੍ਰਮੁੱਖ ਰੂਪ ਦੇ ਵਿੱਚ ਆਉਂਦਾ। ਭਾਸ਼ਾ ਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਆਪਣੀ ਨੂੰ, ਇਹ ਵੀ ਖੋਜ ਦਾ ਇੱਕ ਮਸਲਾ ਹੈ। ਅਸੀਂ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦੇ ਵਿੱਚ ਇਹ ਯਤਨ ਕਰਦੇ ਹਾਂ ਕਿ ਇਹ ਸਮੁੱਚੇ ਜੋ ਸੰਵਾਦ ਹਨ, ਚਾਹੇ ਉਹ ਭਾਸ਼ਾ ਦਾ ਸੰਵਾਦ ਹੈ, ਚਾਹੇ ਉਹ ਰਿਲੀਜਨ ਦਾ ਸੰਵਾਦ ਹੈ, ਚਾਹੇ ਉਹ ਕਲਚਰ ਦਾ ਸੰਵਾਦ ਹੈ, ਚਾਹੇ ਉਹ ਰਾਜਨੀਤੀ ਦਾ ਸੰਵਾਦ ਹੈ, ਅਸੀਂ ਉਸ ਦੇ ਉੱਪਰ ਪੁਨਰ ਵਿਚਾਰ ਕਰਕੇ ਖੋਜ ਦੇ ਹਵਾਲੇ ਨਾਲ ਉਸ ਨੂੰ ਆਪਣੇ ਵਿਦਿਆਰਥੀਆਂ ਦੇ ਨਾਲ, ਪਾਠਕਾਂ ਦੇ ਨਾਲ ਅਤੇ ਪ੍ਰਵਾਸੀ ਜੋ ਸੱਭਿਆਚਾਰ ਹੁਣ ਪੈਦਾ ਹੋ ਰਿਹਾ ਹੈ ਉਹਦੇ ਨਾਲ ਸੰਬੰਧਿਤ ਕਰਕੇ ਕੁਝ ਹੱਲ ਵੱਲ ਜਿਹੜਾ ਹੈ ਉਹ ਤੁਰ ਸਕੀਏ। ਪ੍ਰਵਾਸੀ ਖੋਜ ਕੇਂਦਰ 'ਤੇ ਤੁਸੀਂ ਇੱਕ ਬਹੁਤ ਵੱਡੇ ਲੈਵਲ 'ਤੇ ਕੰਮ ਕਰਦੇ ਹੋ। ਲੱਗਦਾ ਹੈ ਤੁਸੀਂ ਪ੍ਰਵਾਸੀ ਜ਼ਿੰਦਗੀ ਦੀ ਗੱਲ ਕੀਤੀ ਹੈ, ਜਿਹੜੇ ਹਰ ਪਹਿਲੂ ਰੱਖਣ ਦਾ ਯਤਨ ਕੀਤਾ ਹੈ। ਤੁਹਾਨੂੰ ਲੱਗਦਾ ਕਿ ਪ੍ਰਵਾਸੀ ਬਣਨ ਦਾ ਕਾਰਨ ਕੀ ਹੈ? ਪ੍ਰਵਾਸੀ ਬਣਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਤਾਂ ਇਹ ਸਮਝਿਆ ਜਾਂਦਾ ਹੈ ਕਿ ਆਰਥਿਕਤਾ ਪ੍ਰਵਾਸੀ ਹੋਣ ਦਾ ਪ੍ਰਮੁੱਖ ਕਾਰਨ ਹੈ, ਪਰ ਜਿਹੜੀ ਇਕੱਲੀ ਆਰਥਿਕਤਾ ਪ੍ਰਵਾਸੀ ਹੋਣ ਦਾ ਕਾਰਨ ਨਹੀਂ ਹੋ ਸਕਦੀ। ਉਹਦੇ ਵਿੱਚ ਬਹੁਤ ਸਾਰੇ ਹੋਰ ਵੀ ਨਾਲ ਸਰੋਕਾਰ ਜੁੜੇ ਹੋਏ ਹਨ ਜਿਹੜੇ ਕਿ ਬੰਦੇ ਨੂੰ ਪ੍ਰਵਾਸੀ ਕਰਦੇ ਹਨ, ਕਿਉਂਕਿ ਪ੍ਰਵਾਸ ਦਾ ਜਿਹੜਾ ਵਰਤਾਰਾ ਇਹ ਹੁਣ ਦਾ ਵਰਤਾਰਾ ਨਹੀਂ ਹੈ। ਪ੍ਰਵਾਸ ਦਾ ਜਿਹੜਾ ਵਰਤਾਰਾ ਹੈ ਉਹ ਬਹੁਤ ਲੰਮਾ ਵਰਤਾਰਾ ਸਾਡੀ ਧਰਤੀ ਦੇ ਉੱਪਰ ਚੱਲਿਆ ਆ ਰਿਹਾ ਹੈ। ਅਸੀਂ ਇਸ ਵਰਤਾਰੇ ਨੂੰ ਹੀ ਸਮਝਣ ਦੇ ਲਈ ਇਸ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦਾ ਉਦੇਸ਼ ਅਤੇ ਮਨੋਰਥ ਬਣਾਇਆ ਸੀ, ਕਿਉਂਕਿ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਵੱਖਰੇ ਵੱਖਰੇ ਸਾਹਿਤਕਾਰਾਂ, ਵੱਖੋ ਵੱਖਰੇ ਚਿੰਤਕਾਂ, ਵੱਖੋ ਵੱਖਰੇ ਬੁੱਧੀਜੀਵੀਆਂ, ਸੰਸਥਾਵਾਂ, ਵੱਖੋ ਵੱਖਰੇ ਐਕਟਿਵਿਸਟਾਂ ਦੇ ਨਾਲ ਇਤਿਹਾਸਕ ਪੱਧਰ 'ਤੇ, ਰਾਜਨੀਤਿਕ ਪੱਧਰ 'ਤੇ, ਧਾਰਮਿਕ ਪੱਧਰ 'ਤੇ ਸੱਭਿਆਚਾਰਕ ਪੱਧਰ 'ਤੇ ਜਿਹੜੇ ਸਮਾਜ ਸੇਵੀ ਹੁੰਦੇ ਹਨ ਉਹਨਾਂ ਨੂੰ ਆਪਣੇ ਨਾਲ ਜੋੜ ਕੇ
ਤੇ ਉਹਦੇ ਵਿੱਚੋਂ ਕੋਈ ਸਾਂਝੇਪਨ ਨੂੰ ਤਲਾਸ਼ ਕਰਨ ਦੇ ਲਈ ਯਤਨਸ਼ੀਲ ਰਿਹਾ ਹੈ। ਇਸ ਕਰਕੇ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦਾ ਜਿਹੜਾ ਹੈ ਮੂਲ ਉਦੇਸ਼ ਉਹ ਪ੍ਰਵਾਸ ਦੀਆਂ ਸਮੱਸਿਆਵਾਂ ਅਤੇ ਅਸਲ ਵਸੇਵੇ ਨਾਲ ਸੰਬੰਧਿਤ ਸਰੋਕਾਰਾਂ ਨੂੰ ਦ੍ਰਿਸ਼ਟੀਗੋਚਰ ਵੀ ਕਰਦਾ ਹੈ, ਜਿਹਦੇ ਨਾਲ ਪ੍ਰਵਾਸੀ ਖੋਜ ਦੀਆਂ ਨਵੀਆਂ ਦਿਸ਼ਾਵਾਂ ਤੇ ਸੰਭਾਵਨਾਵਾਂ ਨੂੰ ਜਾਗਰਿਤ ਕੀਤਾ ਜਾ ਸਕੇ। ਪ੍ਰਵਾਸੀਆਂ ਉੱਪਰ ਜਿਹੜਾ ਲਗਾਤਾਰ ਕੰਮ ਹੋ ਰਿਹਾ ਹੈ ਉਸ ਨੂੰ ਵੀ ਆਪਣੀ ਨਿਗਾਹ ਦੇ ਵਿੱਚ ਰੱਖਿਆ ਜਾਵੇ ਕਿ ਉਹਨਾਂ ਦੀਆਂ ਕਿਹੜੀਆਂ ਲਿਖਤਾਂ ਸਾਡੇ ਸਾਹਮਣੇ ਆ ਰਹੀਆਂ ਹਨ, ਉਹਨਾਂ ਦਾ ਜੀਵਨ ਜਿਹੜਾ ਹੈ ਕਿਸ ਤਰ੍ਹਾਂ ਬਦਲ ਰਿਹਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਨਵੀਆਂ ਚੀਜ਼ਾਂ ਪੈਦਾ ਹੋ ਰਹੀਆਂ ਹਨ। ਤੇ ਖਾਸ ਕਰਕੇ ਪ੍ਰਵਾਸ ਦੀ ਜਿਹੜੀ ਸਿਧਾਂਤਕਾਰੀ ਹੈ ਉਹ ਸਾਡੇ ਲਈ ਪ੍ਰਮੁੱਖ ਮਸਲਾ ਸੀ, ਕਿਉਂਕਿ ਖੋਜ ਦੇ ਵਿੱਚ ਸਿਧਾਂਤ ਜਿਹੜਾ ਪ੍ਰਮੁੱਖ ਹੁੰਦਾ ਆ ਤੇ ਉਹਦੇ ਵਿੱਚ ਵਿਹਾਰਕਤਾ ਫੇਰ ਘੜੀ ਜਾਂਦੀ ਹੈ, ਪਹਿਲਾਂ ਉਹਦੇ ਵਿੱਚ ਸਿਧਾਂਤ ਪ੍ਰਮੁੱਖ ਹੁੰਦਾ। ਅਸੀਂ ਆਪਣੀ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦੇ ਰਾਹੀਂ ਪ੍ਰਵਾਸੀ ਜਿਹੜਾ ਡਿਸਿਪਲਿਨ ਹੈ ਉਹਦਾ ਸਿਧਾਂਤ ਘੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਿਹੜਾ ਤੁਸੀਂ ਸਵਾਲ ਕੀਤਾ ਹੈ ਉਸ ਨੂੰ ਅਸੀਂ ਸੰਤੁਲਿਤ ਰੂਪ ਦੇ ਵਿੱਚ ਪਛਾਣ ਸਕੀਏ ਤੇ ਆਪਣੇ ਇਸ ਪੱਧਰ ਨੂੰ ਹੋਰ ਜ਼ਿਆਦਾ ਜਿਹੜਾ ਆ ਉਹ ਨਿਖਾਰ ਸਕੀਏ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇੱਕ ਬਹੁਤ ਵੱਡਾ ਕਾਰਜ ਕਰਦੇ ਹੋ ਤੇ ਲੱਗਦਾ ਕਿ ਮੌਜੂਦਾ ਸਮੇਂ ਦੇ ਵਿੱਚ ਜੇ ਅੱਜ ਯੂਥ ਦੀ ਗੱਲ ਕੀਤੀ ਜਾਵੇ ਤਾਂ ਯੂਥ ਕਿੰਨਾ ਕੁ ਜਿਹੜਾ ਆਪਣੇ ਸਾਹਿਤ ਦੇ ਨਾਲ ਜੁੜਿਆ ਹੋਇਆ ਹੈ? ਜਿਹੜਾ ਤੁਹਾਡਾ ਸਵਾਲ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਜਿਹੜਾ ਸਾਡਾ ਯੂਥ ਹੈ ਉਹਦੇ ਉੱਪਰ ਜਿਹੜਾ ਹੈ ਭਵਿੱਖ ਟਿਕਿਆ ਹੁੰਦਾ ਆ ਜੀ। ਤੇ ਸਾਡਾ ਜਿਹੜਾ ਯੂਥ ਹੈ ਉਸ ਨੂੰ ਜਿਹੜਾ ਉਹ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਕੇਵਲ ਸਾਡੇ ਯੂਥ ਦਾ ਕਸੂਰ ਨਹੀਂ ਹੈ। ਇਹਦੇ ਪਿੱਛੇ ਜਿਹੜਾ ਆ ਬਹੁਤ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਹਨ, ਜਿਹਦੇ ਵਿੱਚੋਂ ਕਈ ਚੀਜ਼ਾਂ ਅਸੀਂ ਪਛਾਣਨ ਦੀ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਰਾਹੀਂ ਕੋਸ਼ਿਸ਼ ਕੀਤੀ ਹੈ। ਜਿਹਦੇ ਵਿੱਚੋਂ ਪਹਿਲੀ ਚੀਜ਼ ਹੈ ਕਿ ਪੰਜਾਬ ਜਿਹੜਾ ਆ ਉਹ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜਾ ਜਗੀਰਦਾਰੀ ਰੁਝਾਨ ਇਹਦੇ ਵਿੱਚ ਸ਼ਾਮਲ ਹੋਇਆ, ਉਹਦੇ ਨਾਲ ਇਹ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਡਿਸਿਪਲਿਨ ਹਨ ਉਹ ਫਿਊਡਲਾਈਜ਼ ਹੋ ਗਏ। ਫਿਊਡਲਾਈਜ਼ ਹੋਣ ਦੇ ਨਾਲ ਉਹਨਾਂ ਦੇ ਅੰਦਰ ਬਹੁਤ ਸਾਰੀਆਂ ਨਸਲੀ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਉਹ ਸ਼ਾਮਲ ਹੋ ਗਈਆਂ। ਉਸ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਦਾ ਰਾਜ ਆਇਆ, ਅੰਗਰੇਜ਼ਾਂ ਦੇ ਰਾਜ ਆਉਣ ਦੇ ਨਾਲ ਬਹੁਤ ਸਾਰੇ ਜਿਹੜੇ ਹਨ ਬਸਤੀਵਾਦੀ ਨਿਯਮ ਜਿਹੜੇ ਆ, ਬਸਤੀਵਾਦੀ ਪੈਟਰਨ ਹਨ, ਉਹ ਸਾਡੇ ਅਨੁਸ਼ਾਸਨਾਂ ਦੇ ਉੱਪਰ ਹਾਵੀ ਹੋ ਗਏ। ਉਹ ਪੈਟਰਨ ਹਾਵੀ ਹੋਣ ਦੇ ਨਾਲ ਅਸੀਂ ਜਿਹੜੇ ਆ ਆਪਣੇ ਮੂਲ ਸਰੋਤਾਂ ਤੋਂ, ਜਿਹੜੇ ਕਿ ਭਾਰਤੀ ਪਰੰਪਰਾ ਦੇ ਮੂਲ ਸਰੋਤ ਸੀ, ਉਹ ਤੋਂ ਦੂਰ ਹੁੰਦੇ ਗਏ। ਤੇ ਇਸ ਦੂਰੀ ਦੇ ਨਾਲ ਪਹਿਲਾਂ ਤਾਂ ਅਸੀਂ ਜਿਹੜਾ ਹੈ ਆਪਣੇ ਸਾਂਝੇ ਕੇਂਦਰ ਨੂੰ, ਜਿਹੜਾ ਕਿ ਪੰਜਾਬ ਦਾ ਸਾਂਝਾ ਕੇਂਦਰ ਲਾਹੌਰ ਸੀ, ਜਿਹਦੇ ਵਿੱਚ ਜਿਹੜੀ ਸਾਡੀ ਸੱਭਿਅਤਾ ਦਾ ਜਿਹੜਾ ਕੇਂਦਰ ਸੀ, ਉਸ ਨੂੰ ਅਸੀਂ ਛੱਡ ਦਿੱਤਾ ਤੇ 1947 ਦਾ ਬਹੁਤ ਵੱਡਾ ਸਾਡੇ ਸਾਹਮਣੇ ਦੁਖਾਂਤ ਵਾਪਰਿਆ। ਫਿਰ 1967 ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਲਈ ਜਦੋਜਹਿਦ ਕਰਨ ਲੱਗ ਪਏ ਤੇ ਸਾਡੇ ਲਈ ਭਾਸ਼ਾ ਜਿਹੜੀ ਹੈ ਇਹ ਇੰਪੋਰਟੈਂਟ ਮੁੱਦਾ ਬਣ ਗਈ। ਤੇ ਉਸ ਤੋਂ ਬਾਅਦ ਫਿਰ ਲਗਾਤਾਰ ਪੰਜਾਬੀ ਜਿਹੜਾ ਯੂਥ ਹੈ ਉਹ 1984 ਦੇ ਵਿੱਚ ਆਪਣੀ ਜਿਹੜੀ ਹੈ ਊਰਜਾ ਨੂੰ ਵੱਖੋ ਵੱਖਰੇ ਤਰ੍ਹਾਂ ਦੇ ਨਾਲ ਸਮਾਉਂਦਾ ਰਿਹਾ, ਵੱਖਰੀ ਵੱਖਰੀ ਤਰ੍ਹਾਂ ਪਰਿਭਾਸ਼ਿਤ ਕਰਦਾ ਰਿਹਾ। ਤੇ ਹੁਣ ਜਿਹੜਾ ਆ 21ਵੀਂ ਸਦੀ ਦੇ ਦੌਰ ਦੇ ਵਿੱਚ ਜਦੋਂ ਅਸੀਂ 2021 ਦੇ ਵਿੱਚ ਪਹੁੰਚ ਚੁੱਕੇ ਹਾਂ, ਤੀਸਰਾ ਦਹਾਕਾ ਇਹ ਸ਼ੁਰੂ ਜਿਹੜਾ ਆ ਹੋ ਚੁੱਕਾ ਹੈ 21ਵੀਂ ਸਦੀ ਦਾ। ਇਹਦੇ ਵਿੱਚ ਜਿਹੜਾ ਪ੍ਰਵਾਸ ਧਾਰਨ ਜਿਹੜਾ ਕਰਨ ਦੀ ਜਿਹੜੀ ਰੁਚੀ ਉਹਨਾਂ ਦੇ ਪ੍ਰਤੀ ਇਹ ਹੋਈ ਕਿ ਪੰਜਾਬ ਦੇ ਨਾਲ ਸਾਡਾ ਹੁਣ ਜਿਹੜਾ ਰਿਲੇਸ਼ਨ ਹੈ ਉਹ ਠੀਕ ਨਹੀਂ ਰਿਹਾ। ਇਸ ਕਰਕੇ ਪੰਜਾਬ ਦੇ ਨਾਲ ਉਹਨਾਂ ਦਾ ਰਿਲੇਸ਼ਨ ਕਿਸ ਤਰ੍ਹਾਂ ਠੀਕ ਹੋ ਸਕਦਾ, ਇਹਦੀ ਸਮਝ ਅਸੀਂ ਦੇਣੀ ਸੀ। ਉਹਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਨੇ, ਸਾਡੇ ਚਿੰਤਕਾਂ ਨੇ, ਸਾਡੇ ਸੰਤਾਂ ਨੇ, ਸਾਡੇ ਵੱਖੋ ਵੱਖਰੇ ਅਦਾਰਿਆਂ ਨੇ, ਤੇ ਇੱਕ ਸੁਸਾਇਟੀ ਜਿਹੜੀ ਆ ਬਣਾਉਣੀ ਸੀ, ਜਿਹੜੀ ਸਿਵਲ ਸੁਸਾਇਟੀ ਸਾਡੇ ਕੋਲ ਬਣਨੀ ਸੀ। ਉਹ ਸਾਡੇ ਕੋਲੋਂ ਸਿਵਲ ਸੁਸਾਇਟੀ ਨਾ ਬਣਨ ਕਰਕੇ ਸਾਡੇ ਕੋਲ ਇਹ ਬਹੁਤ ਵੱਡਾ ਜਿਹੜਾ ਆ ਦੁਖਾਂਤ ਵਾਪਰਿਆ, ਜਿਹਦੇ ਨਾਲ ਸਾਡਾ ਜਿਹੜਾ ਯੂਥ ਹੈ ਉਹ ਲਗਾਤਾਰ ਜਿਹੜਾ ਹੈ ਉਹ ਪ੍ਰਵਾਸ ਧਾਰਨ ਕਰ ਰਿਹਾ ਹੈ। ਜੀ ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਜਿਵੇਂ ਪ੍ਰਵਾਸੀ ਖੋਜ ਕੇਂਦਰ ਸਥਾਪਿਤ ਕੀਤਾ ਆ, ਤੇ ਇਹ ਕਿਹੜੇ ਜਿਹੜੇ ਮੁੱਖ ਕਾਰਜ ਹੈ ਜਿਹੜੇ ਤੁਸੀਂ ਕਰ ਰਹੇ ਹੋ? ਜਿਹੜਾ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦਾ ਜਿਹੜਾ ਵਿਜ਼ਨ ਆ, ਇਸ ਦੇ ਰਾਹੀਂ, ਕਿਉਂਕਿ ਕੋਈ ਵੀ ਜਦੋਂ ਕੋਈ ਕੇਂਦਰ ਬਣਾਇਆ ਜਾਂਦਾ ਉਹਦਾ ਇੱਕ ਵਿਜ਼ਨ ਹੁੰਦਾ, ਠੀਕ ਹੈ। ਜਦੋਂ ਤੱਕ ਕਿਸੇ ਵੀ ਕੇਂਦਰ ਦਾ ਕੋਈ ਵਿਜ਼ਨ ਨਾ ਹੋਵੇ ਉਦੋਂ ਤੱਕ ਉਹ ਕੇਂਦਰ ਆਪਣੀ ਜਿਹੜੀ ਹੈ ਕਾਰਜ ਪੱਧਤੀ ਉਹਨੂੰ ਠੀਕ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਗਤੀਸ਼ੀਲ ਨਹੀਂ ਕਰ ਸਕਦਾ, ਵਿਸਥਾਰਿਤ ਨਹੀਂ ਕਰ ਸਕਦਾ। ਤੇ ਅਸੀਂ ਆਪਣਾ ਜਿਹੜਾ ਵਿਜ਼ਨ ਆ
ਉਸ ਨੂੰ ਪਹਿਲਾਂ ਸਪਸ਼ਟ ਕੀਤਾ, ਜਿਹਦੇ ਵਿੱਚ ਪ੍ਰਵਾਸ ਦੀ ਅਸਲ ਸਾਰਥਕਤਾ ਨੂੰ ਉਜਾਗਰ ਕੀਤਾ ਜਾਵੇ ਤੇ ਆਪਣੀ ਧਰਤੀ ਦੇ ਮੌਲਿਕ ਅਨੁਭਵ ਨੂੰ ਵਿਸ਼ਵ ਤੱਕ ਪਹੁੰਚਾਇਆ ਜਾਵੇ, ਜਿਸ ਦੇ ਨਾਲ ਪ੍ਰਵਾਸ ਵਿੱਚ ਪੰਜਾਬੀ ਅਨੁਸ਼ਾਸਨਾਂ ਅਤੇ ਸੰਰਚਨਾਵਾਂ ਨੂੰ ਉੱਥੋਂ ਦੇ ਸੱਭਿਆਚਾਰਕ ਵਾਤਾਵਰਨ ਅਨੁਸਾਰ ਫੈਲਾਇਆ ਜਾਵੇ ਤੇ ਆਪਣੀ ਧਰਤੀ ਦੇ ਜਿਹੜੇ ਮੂਲ ਸਰੋਤ ਹਨ ਉਹਨਾਂ ਨੂੰ ਨਾਲ ਰੱਖਿਆ ਜਾਵੇ। ਕਿਉਂਕਿ ਜਦੋਂ ਤੱਕ ਆਪਣੀ ਧਰਤੀ ਦੇ ਮੂਲ ਸਰੋਤ ਨਾਲ ਨਹੀਂ ਰਹਿੰਦੇ, ਉਦੋਂ ਤੱਕ ਅਸੀਂ ਪੰਜਾਬੀ ਚੇਤਨਾ ਦੇ ਮੂਲ ਆਧਾਰ ਸਰੋਤਾਂ ਨੂੰ ਵਿਸ਼ਵ ਚੇਤਨਾ ਦੇ ਆਧੁਨਿਕ ਮਾਪਦੰਡਾਂ ਅਨੁਕੂਲ ਨਹੀਂ ਢਾਲ ਸਕਦੇ। ਇਸ ਕਰਕੇ ਪ੍ਰਵਾਸ ਰਾਹੀਂ ਆਪਣੀ ਅਸਲ ਹੋਂਦ ਅਤੇ ਭੂਮਿਕਾ ਨੂੰ ਅਸੀਂ ਤਾਂ ਹੀ ਜਗਾ ਸਕਦੇ ਹਾਂ ਜੇਕਰ ਸਾਡੇ ਕੋਲ ਕੋਈ ਵਿਜ਼ਨ ਹੋਵੇ ਪ੍ਰਵਾਸ ਦਾ। ਇਸ ਕਰਕੇ ਅਸੀਂ ਪਹਿਲਾਂ ਪ੍ਰਵਾਸ ਦਾ ਇੱਕ ਵਿਜ਼ਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਵਜੋਂ ਇਸ ਵਿਜ਼ਨ ਨੂੰ ਤਿਆਰ ਕਰਨ ਦੇ ਲਈ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਪ੍ਰਵਾਸ ਦਾ ਜਿੰਨਾ ਵੀ ਪ੍ਰਵਾਸ 'ਤੇ ਹੁਣ ਤੱਕ ਕੰਮ ਹੋਇਆ ਆ ਉਸ ਨੂੰ ਇਕੱਠਾ ਕੀਤਾ ਤੇ ਉਹਦੇ ਲਈ ਇੱਕ ਵੱਡੀ ਅਸੀਂ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦੇ ਵਿੱਚ ਲਾਇਬ੍ਰੇਰੀ ਜਿਹੜੀ ਹੈ ਉਹ ਸਥਾਪਿਤ ਕੀਤੀ ਹੈ। ਅਸੀਂ ਪ੍ਰਮੁੱਖ ਕੰਮ ਜਿਹੜਾ ਆ ਉਹ ਪਹਿਲਾਂ ਲਾਇਬ੍ਰੇਰੀ ਸਥਾਪਿਤ ਕਰਨ ਦਾ ਕੀਤਾ। ਦੂਸਰਾ, ਲਾਇਬ੍ਰੇਰੀ ਸਥਾਪਿਤ ਕਰਨ ਤੋਂ ਬਾਅਦ ਅਸੀਂ ਚਾਹੁੰਦੇ ਸੀਗੇ ਕਿ ਬਹੁਤ ਜਿਹੜੀਆਂ ਵੱਖਰੀਆਂ ਸੰਸਥਾਵਾਂ ਨੇ ਜਿਹੜੀਆਂ ਵਿਅਕਤੀਗਤ ਪੱਧਰ 'ਤੇ ਜਿਨ੍ਹਾਂ ਨੇ ਕੰਮ ਕੀਤਾ, ਅਕਾਦਮਿਕ ਪੱਧਰ 'ਤੇ ਜਿਹੜਾ ਕੰਮ ਹੋਇਆ ਉਸ ਨੂੰ ਵਿਦਿਆਰਥੀਆਂ ਦੇ ਨਾਲ ਸਾਂਝਾ ਕੀਤਾ ਜਾਵੇ। ਇਸ ਕਰਕੇ ਵਿਦਿਆਰਥੀਆਂ ਦੇ ਨਾਲ ਉਸ ਕੰਮ ਨੂੰ ਸਾਂਝਾ ਕਰਨ ਦੇ ਲਈ ਅਸੀਂ ਵੱਖਰੇ ਜਿਹੜੇ ਵਸੀਲੇ ਜਿਹੜੇ ਆ ਅਪਣਾਏ। ਉਹਦੇ ਵਿੱਚ ਜਿਹੜਾ ਅਸੀਂ ਪਹਿਲਾ ਜਿਹੜਾ ਆ ਵਸੀਲਾ ਅਪਣਾਇਆ ਉਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਹੁੰਚ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਫ਼ਤਾਵਾਰੀ ਇੱਕ ਅਖਬਾਰ ਜਿਹੜਾ ਹੈ ਉਹ ਸ਼ੁਰੂ ਕੀਤਾ, ਜਿਸ ਦਾ ਕਿ ਨਾਮ ਗੁਰਮੁਖੀ ਹੈ। ਇਹ ਅਖਬਾਰ ਜਿਹੜਾ ਆ ਉਹ ਪੰਜਾਬੀ ਦਾ ਪਹਿਲਾ ਅਖਬਾਰ ਹੈ ਜਿਹੜਾ ਕਿ 1880 ਦੇ ਵਿੱਚ ਭਾਈ ਗੁਰਮੁਖ ਸਿੰਘ ਹੋਣਾ ਨੇ ਸ਼ੁਰੂ ਕੀਤਾ ਸੀ ਤੇ ਉਸ ਨੂੰ ਉਹਨਾਂ ਨੇ 1895 ਤੱਕ 15 ਸਾਲ ਲਗਾਤਾਰ ਚਲਾਇਆ। ਅਸੀਂ ਇਸ ਯਤਨ ਦੇ ਵਿੱਚ ਸਾਂ ਕਿ ਪੰਜਾਬੀ ਦਾ ਪਹਿਲਾ ਜਿਹੜਾ ਆ ਅਖਬਾਰ ਹੈ ਉਸ ਨੂੰ ਪੁਨਰ ਸੁਰਜੀਤ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ। ਭਾਈ ਗੁਰਮੁਖ ਸਿੰਘ ਦੇ ਨਾਲ ਸੰਬੰਧਿਤ ਜੋ ਹੁਣ ਕੰਮ ਕਰ ਰਹੇ ਹਨ ਉਹਨਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਤੁਸੀਂ ਇਹ ਕਾਰਜ ਕਰੋ। ਅਸੀਂ ਫਿਰ ਇਸ ਨੂੰ ਹੁਣ ਇਸ ਅਖਬਾਰ ਦੇ ਰਾਹੀਂ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦਾ ਪ੍ਰਮੁੱਖ ਕਾਰਜ ਜੋ ਹੈ ਉਹ ਕਰ ਰਹੇ ਹਾਂ, ਤਾਂ ਕਿ ਜਿੰਨੇ ਵੀ ਅਨੁਸ਼ਾਸਨਾਂ ਦੀ ਚੇਤਨਾ ਹੈ ਉਹ ਇਸ ਅਖਬਾਰ ਦੇ ਰਾਹੀਂ ਲੋਕ ਚੇਤਨਾ ਦਾ ਹਿੱਸਾ ਬਣਾਇਆ ਜਾ ਸਕੇ। ਦੂਸਰੇ ਨੰਬਰ ਦੇ ਉੱਪਰ ਅਸੀਂ ਜਿਹੜਾ ਯਤਨ ਕਰ ਰਹੇ ਹਾਂ ਖੋਜ ਦੇ ਰਾਹੀਂ ਉਹ ਹੈ ਕਿ ਅਸੀਂ ਤ੍ਰੈਮਾਸਿਕ ਇੱਕ ਖੋਜ ਜਰਨਲ ਕੱਢਦੇ ਹਾਂ ਜਿਸ ਦਾ ਨਾਮ ਕਿ ਕਾਵਿ ਸ਼ਾਸਤਰ ਹੈ। ਇਹ ਕਾਵਿ ਸ਼ਾਸਤਰ ਹੁਣ ਪੰਜਾਬੀ ਦਾ ਪ੍ਰਮੁੱਖ ਜਰਨਲ ਬਣ ਚੁੱਕਾ ਹੈ। ਇਸ ਦੇ ਵਿੱਚ ਵੀ ਅਸੀਂ ਵੱਖਰੇ ਅਨੁਸ਼ਾਸਨਾਂ ਦੇ ਜੋ ਡਾਇਲੋਗ ਹਨ, ਸੰਵਾਦ ਹਨ, ਉਹਨਾਂ ਦੀ ਨਵੀਂ ਇੰਟਰਪ੍ਰੀਟੇਸ਼ਨ ਜੋ ਹੈ ਵੱਖਰੇ ਸਰੋਕਾਰ ਸਾਡੇ ਜਿਹੜੇ ਜੀਵਨ ਦੇ ਨਾਲ ਸੰਬੰਧਿਤ ਹਨ ਉਹਦੀ ਸਿਧਾਂਤਕਾਰੀ ਨੂੰ ਕਿਸ ਤਰ੍ਹਾਂ ਪਕੜਿਆ ਜਾਵੇ, ਵੱਖਰੀਆਂ ਕਲਾਵਾਂ ਦੇ ਜਿਹੜੇ ਸਰੂਪ ਸਾਡੇ ਸਾਹਮਣੇ ਆ ਰਹੇ ਹਨ, ਮਿਊਜ਼ਿਕ ਦੇ, ਆਰਟ ਦੇ ਜਾਂ ਹੋਰ ਡਿਸਿਪਲਿਨਸ ਜਿਹੜੇ ਆ ਸਾਡੀ ਜ਼ਿੰਦਗੀ ਦੇ ਨਾਲ ਸਥੈਟਿਕਸ ਤੌਰ ਦੇ ਉੱਤੇ ਜੁੜੇ ਹੋਏ ਹਨ, ਉਸ ਨੂੰ ਅਸੀਂ ਕਿਸ ਤਰ੍ਹਾਂ ਸੱਭਿਅਕ ਤੌਰ 'ਤੇ ਨਿਖਾਰ ਕੇ ਸਾਡੇ ਸਾਹਮਣੇ ਲਿਆ ਸਕੀਏ, ਇਹ ਅਸੀਂ ਕਾਵਿ ਸ਼ਾਸਤਰ ਦੇ ਰਾਹੀਂ ਯਤਨ ਕਰ ਰਹੇ ਹਾਂ। ਅਸੀਂ ਇਸ ਕੇਂਦਰ ਵੱਲੋਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਜਿਹਦੇ ਵਿੱਚ ਸਾਡੀ ਆਪਣੀ ਆਤਮਾ ਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀ ਨੇੜਤਾ ਦੇ ਵਿੱਚ ਹਨ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੀ ਆਪਣੀ ਧਰਤੀ ਦੇ ਵਿੱਚੋਂ ਜਦੋਂ ਤੱਕ ਸਟਰਕਚਰ ਜਿਹੜੇ ਆ ਨਹੀਂ ਜਗਾਏ ਜਾਂਦੇ ਤੇ ਉਸ ਸਟਰਕਚਰ ਦੇ ਵਿੱਚੋਂ ਕੋਈ ਵਿਹਾਰਕਤਾ ਨਹੀਂ ਪੈਦਾ ਕੀਤੀ ਜਾਂਦੀ, ਉਦੋਂ ਤੱਕ ਅਸੀਂ ਫਿਰ ਆਪਣੇ ਅਨੁਸ਼ਾਸਨਾਂ ਨੂੰ ਠੀਕ ਰੂਪ ਦੇ ਵਿੱਚ ਨਹੀਂ ਸਮਝ ਸਕਦੇ। ਉਹਦੇ ਲਈ ਅਸੀਂ ਵੱਖਰੇ ਪ੍ਰੋਜੈਕਟ ਬਣਾਏ ਹਨ, ਜਿਸ ਤਰ੍ਹਾਂ ਸਿੱਖ ਕਾਵਿ ਸ਼ਾਸਤਰ ਦੇ ਨਾਲ ਸੰਬੰਧਿਤ ਅਸੀਂ ਪ੍ਰੋਜੈਕਟ ਬਣਾਇਆ ਹੈ, ਸਿੱਖ ਇਤਿਹਾਸ ਤੇ ਸ਼ੋਧ ਸ਼ਾਸਤਰ ਨਾਲ ਸੰਬੰਧਿਤ ਅਸੀਂ ਪ੍ਰੋਜੈਕਟ ਬਣਾਇਆ ਹੈ। ਇਸ ਤਰ੍ਹਾਂ ਅਸੀਂ ਖੋਜ ਦੇ ਵੱਖਰੇ ਅਨੁਸ਼ਾਸਨਾਂ ਦੇ ਨਾਲ ਸੰਬੰਧਿਤ ਪ੍ਰੋਜੈਕਟ ਬਣਾ ਰਹੇ ਹਾਂ। ਪ੍ਰੋਜੈਕਟ ਬਣਾ ਕੇ ਅਸੀਂ ਵਿਦਿਆਰਥੀਆਂ ਨੂੰ ਦੇ ਰਹੇ ਹਾਂ ਤਾਂ ਕਿ ਵਿਦਿਆਰਥੀ ਆਪਣੀ ਉਸ ਪ੍ਰੋਜੈਕਟ ਦੇ ਰਾਹੀਂ ਕੋਈ ਸਮਝ ਬਣਾ ਸਕਣ, ਕਿਉਂਕਿ ਸਾਡੀ ਖੋਜ ਵਿਧੀ ਦੀ ਹਾਲੇ ਤੱਕ ਸਾਡੇ ਕੋਲ ਕੋਈ ਸਮਝ ਨਹੀਂ ਹੈ ਸਾਡੀ ਖੋਜ ਵਿਧੀ ਕੀ ਹੋਵੇ। ਇਸ ਕਰਕੇ ਅਸੀਂ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਰਾਹੀਂ ਖੋਜ ਵਿਧੀ ਦੀ ਵੀ ਤਲਾਸ਼ ਕਰ ਰਹੇ ਹਾਂ ਜਿਹੜੀ ਸਾਡੀ ਆਪਣੀ ਮੌਲਿਕ ਖੋਜ ਵਿਧੀ ਹੋਵੇ ਤੇ ਉਸ ਖੋਜ ਵਿਧੀ ਦੇ ਅੰਦਰ ਜਿਹੜੀਆਂ ਸੰਰਚਨਾਵਾਂ ਬਣ, ਜਿਹੜੇ ਸਟਰਕਚਰ ਬਣ, ਉਹ ਸਾਡੀ ਭਾਰਤ ਦੀ ਮੂਲ ਆਤਮਾ ਦੇ ਨੇੜੇ ਹੋਣ, ਉਹਦੀ ਨੇੜਤਾ ਦੇ ਵਿੱਚ ਹੋਣ, ਕਿਉਂਕਿ ਅਸੀਂ ਮਾਂਗਵੀਆਂ ਖੋਜ ਵਿਧੀਆਂ ਦੇ ਨਾਲ, ਮਾਂਗਵੀਆਂ ਵਿਚਾਰਧਾਰਾਵਾਂ ਦੇ ਨਾਲ ਆਪਣੇ ਜਿਹੜੇ ਡਿਸਿਪਲਿਨਸ ਹਨ ਉਹਦੀ ਵਿਆਖਿਆ ਕਰਦੇ ਰਹੇ ਹਾਂ। ਇਸ ਕਰਕੇ ਸਾਨੂੰ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਜਿਹੜਾ
ਫਿਊਡਲਾਈਜ਼ਡ ਸਿਸਟਮ ਹੈ ਜਾਂ ਕਲੋਨਾਈਜ਼ਡ ਸਿਸਟਮ ਹੈ, ਉਸ ਨੂੰ ਹੁਣ ਅਸੀਂ ਜਦੋਂ ਤੱਕ ਜਿਹੜਾ ਹੈ ਪੁਨਰ ਵਿਆਖਿਆ ਅੰਦਰ ਨਹੀਂ ਲਿਆਉਂਦੇ, ਇਸ ਕਰਕੇ ਪੁਨਰ ਵਿਆਖਿਆ ਅੰਦਰ ਜਦੋਂ ਇਹ ਡਿਸਿਪਲਿਨ ਆਉਣਗੇ ਤਾਂ ਇਹ ਜਿਹੜਾ ਡੀਫਿਊਡਲਾਈਜ਼ਡ ਹੋਏਗਾ ਤੇ ਡੀਕਲੋਨਾਈਜ਼ਡ ਹੋਵੇਗਾ। ਇਹ ਇਸ ਕਰਕੇ ਸਾਨੂੰ ਆਪਣੇ ਆਪ ਦੀ ਪੁਨਰ ਸ਼ਨਾਖਤ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਅਸੀਂ ਇਹਨਾਂ ਪ੍ਰੋਜੈਕਟਾਂ ਦੇ ਰਾਹੀਂ ਉਹ ਸ਼ਨਾਖਤ ਜਿਹੜੀ ਆ ਕਰ ਰਹੇ ਹਾਂ। ਇਸ ਕਾਰਜ ਵਿੱਚ ਅਸੀਂ ਬਹੁਤ ਸਾਰੀਆਂ ਦੁਰਲੱਭ ਤੇ ਮਹੱਤਵਪੂਰਨ ਪੁਸਤਕਾਂ ਨੂੰ ਦੁਆਰਾ ਜਿਹੜਾ ਆ ਉਹ ਖੋਜ ਰਹੇ ਹਾਂ ਤਾਂ ਕਿ ਉਹਨੂੰ ਨਵੇਂ ਤੌਰ ਦੇ ਉੱਪਰ ਸੰਪਾਦਿਤ ਕੀਤਾ ਜਾਵੇ। ਜਿਸ ਤਰ੍ਹਾਂ ਭਾਈ ਵੀਰ ਸਿੰਘ ਨੇ ਜਦੋਂ ਅੰਗਰੇਜ਼ਾਂ ਦਾ ਪੀਰੀਅਡ ਸੀ ਉਹ ਬਹੁਤ ਆਪਣਾ ਛਾਪਾਖਾਨਾ ਲਾਇਆ, ਅਸੀਂ ਵੀ ਆਪਣੀ ਪ੍ਰਕਾਸ਼ਨਾ ਦੇ ਰਾਹੀਂ ਛਾਪੇਖਾਨੇ ਰਾਹੀਂ ਬਹੁਤ ਸਾਰੀਆਂ ਦੁਰਲੱਭ ਪੁਸਤਕਾਂ ਨੂੰ ਦੁਆਰਾ ਐਡਿਟ ਕਰ ਰਹੇ ਹਾਂ ਤਾਂ ਕਿ ਉਹ ਸਾਡੇ ਸਾਹਮਣੇ ਆਉਣ। ਅਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਸੀ ਬਹੁਤ ਸਾਰੇ ਜਿੰਨੀਆਂ ਵੀ ਸਿੱਖ ਧਰਮ ਦੇ ਨਾਲ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਇੰਪੋਰਟੈਂਟ ਗ੍ਰੰਥ ਹਨ ਅਸੀਂ ਆਪਣੇ ਖੋਜ ਕੇਂਦਰ ਦੇ ਵਿੱਚ ਉਹ ਰੱਖੇ ਹਨ ਵਿਦਿਆਰਥੀਆਂ ਦੇ ਲਈ। ਵਿਦਿਆਰਥੀ ਆ ਕੇ ਜਦੋਂ ਇਹਨਾਂ ਦੀ ਨੇੜਤਾ ਦੇ ਵਿੱਚ ਬਹਿੰਦੇ ਹਨ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਵੱਖੋ ਵੱਖਰੇ ਅਨੁਸ਼ਾਸਨ ਹਨ ਉਹਦੀ ਠੀਕ ਸਮਝ ਬਣਾਉਣ ਦੇ ਵਿੱਚ ਮਦਦਗਾਰ ਇਹ ਗ੍ਰੰਥ ਸਾਡੇ ਹੁੰਦੇ ਹਨ। ਇਸ ਕਰਕੇ ਅਸੀਂ ਇਸ ਖੋਜ ਕੇਂਦਰ ਦੀ ਵਿਲੱਖਣਤਾ ਨੂੰ ਸਥਾਪਿਤ ਕਰਨ ਦੇ ਲਈ ਇਹ ਯਤਨ ਕਰਦੇ ਰਹਿੰਦੇ ਹਾਂ ਕਿ ਇਸ ਦੇ ਕਾਰਜ ਸ਼ਬਦ ਅਨੁਭਵ ਨੂੰ ਕੇਂਦਰ ਮੰਨਦੇ ਹੋਏ ਖੋਜ ਦੇ ਦੂਸਰੇ ਅਨੁਸ਼ਾਸਨਾਂ ਦੀ ਵਿਆਖਿਆ ਕਰਨ ਵੱਲ ਅਗਰਸਰ ਹੋਣ। ਜੇਕਰ ਇਹ ਸ਼ਬਦ ਨੂੰ ਕੇਂਦਰ ਮੰਨਣਗੇ ਫਿਰ ਹੀ ਭਾਰਤੀ ਸੱਭਿਅਤਾ ਦੇ ਮੂਲ ਜਿਹੜੇ ਸਰੋਤ ਹਨ ਉਸ ਦੀ ਨੇੜਤਾ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਡਿਸਿਪਲਨਸ ਦੇ ਨਾਲ ਇਨਸਾਫ ਕਰ ਸਕਦੇ ਹਾਂ। ਕਿਉਂਕਿ ਜਦੋਂ ਤੱਕ ਅਸੀਂ ਆਪਣੇ ਜਿਹੜੇ ਵੱਖੋ ਵੱਖਰੇ ਅਨੁਸ਼ਾਸਨ ਹਨ ਉਹਨਾਂ ਨਾਲ ਇਨਸਾਫ ਕਰਨ ਦੇ ਕਾਬਲ ਨਹੀਂ ਬਣਾਂਗੇ ਉਦੋਂ ਤੱਕ ਸਾਡੀ ਖੋਜ ਜਿਹੜੀ ਹੈ ਉਹ ਅੱਗੇ ਨਹੀਂ ਵੱਧ ਸਕਦੀ। ਇਸ ਕਰਕੇ ਪ੍ਰਵਾਸੀ ਪੰਜਾਬੀ ਖੋਜ ਕੇਂਦਰ ਦੇ ਜਿਹੜੇ ਪ੍ਰਮੁੱਖ ਕਾਰਜ ਹਨ ਉਹ ਖੋਜ ਦੇ ਅੰਦਰ ਜਿਹੜੀ ਆ ਚੁੱਕੀ ਖੜੋਤ ਨੂੰ ਪਛਾਣਦੇ ਹੋਏ ਉਸ ਨੂੰ ਅੱਗੇ ਵਧਾਉਣ ਦੇ ਵਿੱਚ ਕਿਹੜੀਆਂ ਚੀਜ਼ਾਂ ਮਦਦਗਾਰ ਸਾਡੀਆਂ ਹੋ ਸਕਦੀਆਂ ਉਸ ਨੂੰ ਅਸੀਂ ਪ੍ਰਮੁੱਖ ਆਧਾਰ ਮੰਨਦੇ ਹਾਂ। ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਇਹਨਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।